तेरे कवन कवन गुण कह कह गावां। तू साहिब गुणी निधाना। तुमरी महिमा बरन ना सकां। तू ठाकुर ऊच भगवाना। मैं मूरख की केतक बात है। कोट परादी तरिया रे। गुर नानक जिन सुनिया पेखिया। से फिर गरबास ना परिया रे। धन 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 जन आया। जिस प्रसाद सब जगत तराया। जन आवन का यह सुआओ। जन कै संग चित आवे नाओ। आप मुक्त मुक्त करे संसार। नानक तिस जन को सदा नमस्कार। आप मुक्त मुक्त करे संसार। नानक तिस जन को सदा नमस्कार। परम सन्मान योग जुगो जुग अटल। चावर छत्र तख्त दे मालक। हाजरा हजूर जाहरा जहूर। सर्ब कला भरपूर। पतित पावन भगत वसल कृपा निधान। दो जहान दे वाली। दसां पातशाहियां दी पावन जोत। धन धन सतगुरु श्री गुरु ग्रंथ साहिब जी महाराज। तिन्हां दे पावन पवित्र हजूरी अंदर सुभाएमान सत संगी जनों। बहुत वड्डे भाग हन। गुरु की संगत करन दा सुभागा समा प्राप्त हो रहा है। सत्कारयोग इत्थे दी प्रबंधक कमेटी। कार सेवा वाले महापुरख। गोबिंद सदन दिल्ली दियां समूह संगतां वल्लों मिल करके बाबा विरसा सिंह जी महाराज तिन्हां दे जन्म दिहाड़े नूं मुख रखदियां होइयां हर साल की तरह गुरमत समागम आयोजित किए जा रहे हैं। जिस दे अंदर गुरु के सजे हुए दीवाना अंदर इलाही बाणी दे शब्द कीर्तन। धन गुरु गुरु रामदास महाराज सतगुरु जी दे घर दे हजूरी रागी सहबाना जी दे पासों आप जी बहुत प्यार दे नाल सरवण कर रहे से। सो आओ जिथे इलाही बाणी दे कीर्तन दियां धुनियां सरवण कीतियां ने। जिन्हां दे बाबत सतगुरु जी ने बचन कहे ने। हर कीर्तन सुने हर कीर्तन गावे। तिस जन दुख निकट नहीं आवे। उथे साहिब ने शब्द की विचार नूं जिहड़ी महानता दिती है। सब सै उत्तम गुर शब्द विचार। होर कथनी बदो ना सगली शार। सब ते उत्तम हर की कथा। नाम सुनत दर्द दुख लथा। विद्वाना ने सतगुरु जी दे कहे हुए बचना अनुसार बचन कहे ने भी गुरबाणी दा जिहड़ा पाठ है ਉਹਦੇ ਮਹਾਤਮ ਨੂੰ ਇਸ ਤਰ੍ਹਾਂ ਜਾਣਨਾ ਚਾਹੀਦਾ ਜਿਵੇਂ ਇੱਕ ਖੂਹ ਦੇ ਜਲ ਦੇ ਨਾਲ ਅਸੀਂ ਕੁਝ ਖੇਤਾਂ ਦੀ ਸਿੰਚਾਈ ਕਰਦੇ ਹਾਂ।
ਬਹੁਤੀ ਦੂਰ ਤੱਕ ਖੂਹ ਦਾ ਜਲ ਪਹੁੰਚਾਇਆ ਨਹੀਂ ਜਾ ਸਕਦਾ। ਕੀਰਤਨ ਦਾ ਮਹਾਤਮ ਇਸ ਤਰ੍ਹਾਂ ਹੈ ਜਿਵੇਂ ਮੋਹਲੇ ਧਾਰ ਦੇ ਮੀਂਹ ਪੈਂਦਾ ਹੈ, ਮੋਹਲੇ ਧਾਰ ਦੀ ਵਰਖਾ ਹੁੰਦੀ ਹੈ। ਮੋਹਲੇ ਧਾਰ ਦੀ ਵਰਖਾ ਜਦੋਂ ਹੁੰਦੀ ਹੈ ਨਾ, ਐਨ ਸਭ ਕੁਝ ਬਹਾ ਕੇ ਲੈ ਜਾਂਦੀ ਹੈ। ਜਿਹੜੀ ਕਥਾ ਦਾ ਮਹਾਤਮ ਹੈ, ਕਥਾ ਦਾ ਮਹਾਤਮ ਇਹੋ ਆਖਿਆ ਜਾਂਦਾ ਹੈ ਵੀ ਜਿਵੇਂ ਛੋਟੀ ਛੋਟੀ ਕਣੀ ਦਾ ਮੀਂਹ ਪੈਂਦਾ ਹੈ ਜੀ, ਉਹ ਜਿੱਥੇ ਕਣੀ ਪੈਂਦੀ ਏ ਉੱਥੇ ਰਚ ਜਾਂਦੀ ਏ, ਜਿੱਥੇ ਪੈਂਦੀ ਏ ਉੱਥੇ ਰਚ ਜਾਂਦੀ। ਜੋ ਮਾਲਕ ਦੀ ਕਥਾ ਹੈ, ਗੁਰੂ ਦੀ ਕਥਾ ਹੈ, ਸ਼ਬਦ ਦੀ ਵਿਚਾਰ ਹੈ, ਉਹਨੂੰ ਜੀਵਨ ਦੇ ਅੰਦਰ ਸੁਣਨਾ ਚਾਹੀਦਾ, ਕਰਨਾ ਚਾਹੀਦਾ, ਉਹਦੇ ਅਨੁਸਾਰ ਜੀਵਨ ਦੇ ਵਿੱਚ ਢਾਲਣਾ ਚਾਹੀਦਾ। ਸੋ ਆਓ, ਮਾਲਕ ਨੇ ਜੋ ਸਮਾਂ ਬਖਸ਼ਿਸ਼ ਕੀਤਾ ਹੈ, ਉਸ ਸਮੇਂ ਦੇ ਅਨੁਸਾਰ ਰਹਿੰਦਿਆਂ ਹੋਇਆਂ ਆਓ ਕੋ ਸਮਾਂ ਗੁਰਮਤਿ ਵਿਚਾਰਾਂ ਦੇ ਨਾਲ ਜੁੜੀ, ਕਿਉਂਕਿ ਇਹ ਬੜਾ ਅਮੋਲਕ ਸਮਾਂ ਹੈ ਜੀ। ਕਿਉਂਕਿ ਮਾਲਕ ਦੇ ਗੁਣ ਅਮੋਲਕ ਨੇ, ਮਾਲਕ ਅਮੋਲਕ ਹੈ, ਮਾਲਕ ਦਾ ਨਾਮ ਅਮੋਲਕ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਮਾਲਕ ਦਾ ਨਾਮ ਅਮੋਲਕ ਹੈ, ਮਾਲਕ ਦੇ ਗੁਣ ਅਮੋਲਕ ਨੇ। ਹਰ ਰੋਜ਼ ਆਪ ਜੀ ਪੜ੍ਹਦੇ ਤੇ ਸੁਣਦੇ ਹੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਵਰਤੇ ਨੇ ਕਿ ਮਾਲਕ ਦੇ ਗੁਣਾਂ ਦਾ ਵਪਾਰ ਵੀ ਅਮੋਲਕ ਹੈ। ਮਾਲਕ ਪ੍ਰਭੂ ਪਰਮਾਤਮਾ ਦੇ ਗੁਣਾਂ ਦਾ ਵਪਾਰ ਕਰਨ ਵਾਲੇ ਵਪਾਰੀ ਜਿਹੜੇ ਨੇ, ਇਹ ਤੀਜਾ ਬਚਨ ਤੁਹਾਡੇ ਪਰਥਾਏ ਮਾਲਕ ਨੇ ਵਰਤੇ। ਮਾਲਕ ਦੇ ਗੁਣਾਂ ਦਾ ਵਪਾਰ ਕਰਨ ਵਾਲੇ ਵਪਾਰੀ ਵੀ ਅਮੋਲਕ ਨੇ। ਹੁਣ ਦੇਖੋ, ਵਪਾਰੀਆਂ ਦਾ ਵੀ ਆਪੋ ਆਪਣਾ ਢੰਗ ਹੈ ਜੀ। ਵੱਖ ਵੱਖ ਤਰ੍ਹਾਂ ਦੇ ਵਪਾਰੀ ਨੇ। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤ ਹੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕੋਈ ਕਿਸੇ ਪ੍ਰਕਾਰ ਦਾ ਵਪਾਰੀ, ਕੋਈ ਕਿਸੇ ਪ੍ਰਕਾਰ ਦਾ ਵਪਾਰੀ, ਤੇ ਜਿਸ ਢੰਗ ਦੇ ਵਪਾਰ ਨੇ ਉਸ ਢੰਗ ਦੀ ਪੂੰਜੀ ਲੈ ਕੇ ਜੀਵ ਚੱਲਦਾ, ਸਰਮਾਇਆ ਲੈ ਕੇ ਚੱਲਦਾ। ਆਹ ਵਪਾਰ ਕਰਨਾ ਇੰਨੀ ਕੀ ਪੂੰਜੀ ਚਾਹੀਦੀ, ਆਹ ਵਪਾਰ ਕਰਨਾ ਇੰਨਾ ਕੀ ਸਰਮਾਇਆ ਧਨ ਕੋਲ ਹੋਵੇ ਤੇ ਵਪਾਰ ਚੱਲੇਗਾ ਜੀ। ਤੇ ਜਿਹੜਾ ਵਪਾਰ ਹੋਵੇ ਹੀ ਅਮੋਲਕ, ਜਿਹਦਾ ਮੁੱਲ ਹੀ ਨਾ ਦੱਸਿਆ ਜਾ ਸਕਦਾ ਹੋਵੇ, ਤੇ ਉਹਦੇ ਵਾਸਤੇ ਪੂੰਜੀ ਵੀ ਅਮੋਲਕ ਚਾਹੀਦੀ ਹੈ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਕਿ ਬੜੇ ਕਰਮ ਨੇ ਸੰਸਾਰ ਦੇ ਅੰਦਰ, ਸਭ ਤੋਂ ਸਿਰੇ ਦਾ ਕਰਮ ਸ਼੍ਰੋਮਣੀ ਕਰਮ ਹੈ। ਗੁਰੂ ਕੀ ਸੰਗਤ ਵਿੱਚ ਜੁੜ ਕੇ ਪਰਮਾਤਮਾ ਦੀ ਕੀਰਤੀ ਕਰਨੀ ਤੇ ਸੁਣਨੀ, ਜਿਹੜਾ ਆਪ ਜੀ ਕਰ ਰਹੇ ਹੋ। ਸਾਰਿਆਂ ਕਰਮਾਂ ਨਾਲੋਂ ਸਿਰੇ ਦਾ ਕਰਮ ਸ਼੍ਰੋਮਣੀ ਕਰਮ। ਪਰ ਪ੍ਰਾਪਤ ਕਿਹਨਾਂ ਨੂੰ ਹੁੰਦਾ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਦੇ ਪੂਰਬਲੇ ਵੱਡੇ ਭਾਗ ਨੇ, ਵੱਡਿਆਂ ਭਾਗਾਂ ਰੂਪੀ ਜਿਨ੍ਹਾਂ ਦੇ ਕੋਲ ਪੂੰਜੀ ਹੈ, ਸਰਮਾਇਆ ਹੈ, ਉਹਨਾਂ ਨੂੰ ਇਹ ਕਰਮ ਕਰਨ ਦਾ ਸੁਭਾਗ ਮਿਲਦਾ ਹੈ। ਨਹੀਂ ਤੇ ਪਿਆਰਿਓ, ਗੁਰਦੁਆਰੇ ਦੇ ਨੇੜੇ ਤੋਂ ਵੀ ਜੀਵ ਲੰਘ ਜਾਂਦਾ। ਭਾਗਾਂ ਤੋਂ ਬਿਨਾਂ ਗੁਰਦੁਆਰੇ ਨਹੀਂ ਆਇਆ ਜਾਂਦਾ, ਭਾਗਾਂ ਤੋਂ ਬਿਨਾਂ ਸੰਗਤ ਵਿੱਚ ਨਹੀਂ ਬੈਠਿਆ ਜਾਂਦਾ। ਗੁਰੂ ਬਾਬੇ ਦੇ ਬਚਨ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਉ ਨਾਨਕ ਤਿਸ ਭਾਇਓ, ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਜਿਨ੍ਹਾਂ ਦੇ ਪੂਰਬਲੇ ਵੱਡੇ ਭਾਗ ਨੇ, ਉਹਨਾਂ ਨੂੰ ਸੁਭਾਗ ਮਿਲਦਾ ਜੀ। ਫਿਰ ਪਾਤਸ਼ਾਹ ਕਹਿੰਦੇ ਨੇ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਮਾਲਕ ਦੇ ਗੁਣ ਅਮੋਲਕ ਨੇ, ਉਹਦਾ ਵਪਾਰ ਅਮੋਲਕ ਹੈ, ਉਹਦੇ ਵਪਾਰੀ ਅਮੋਲਕ ਨੇ। ਤੇ ਜਿਸ ਭੰਡਾਰੇ ਦੇ ਵਿੱਚੋਂ ਇਹ ਵਪਾਰ ਹੁੰਦਾ, ਉਹ ਭੰਡਾਰਾ ਵੀ ਅਮੋਲਕ ਹੈ ਜੀ। ਇਹ ਕਦੀ ਮੁੱਕਦਾ ਨਹੀਂ। ਜਿੰਨਾ ਮਰਜ਼ੀ ਖਰਚੋ, ਜਿੰਨਾ ਮਰਜ਼ੀ ਖਰਚਾਓ, ਇਹ ਖਜ਼ਾਨਾ ਲੈ ਕਰਕੇ ਬਾਬਾ ਵਿਰਸਾ ਸਿੰਘ ਜੀ ਮਹਾਰਾਜ ਕੇਵਲ ਆਪਣੇ ਭਾਰਤ ਵਰਸ ਦੀ ਧਰਤੀ ਤੇ ਹੀ ਨਹੀਂ ਜੀ, ਕਿਧਰੇ ਅਮਰੀਕਾ, ਰੂਸ ਇਤਿਆਦਿਕ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਜਾ ਕੇ ਭੰਡਾਰਾ ਵੰਡਿਆ, ਇਹ ਖਜ਼ਾਨਾ ਵੰਡਿਆ। ਇਹ ਖਜ਼ਾਨਾ ਅੱਜ ਤੱਕ ਵੀ ਕਦੀ ਮੁੱਕਿਆ ਨਹੀਂ। ਇਹ ਗੁਰੂ ਨਾਨਕ ਸਾਹਿਬ ਜੀ ਨੇ ਘਰ ਘਰ ਵਿੱਚ ਜਾ ਕੇ ਖਜ਼ਾਨਾ ਵਰਤਾਇਆ। 10 ਪਾਤਸ਼ਾਹੀਆਂ ਨੇ ਵਰਤਾਇਆ। ਅੱਜ 10 ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਤਾ ਰਹੇ ਨੇ, 5 ਪਿਆਰੇ ਸਾਹਿਬਾਨ ਵਰਤਾ ਰਹੇ ਨੇ। ਇਹ ਖਜ਼ਾਨਾ ਮੁੱਕਣ ਵਾਲਾ ਨਹੀਂ। ਇਹ ਖਜ਼ਾਨੇ ਨੂੰ ਸਾਹਿਬ ਨੇ ਕਿਹਾ ਸੀ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ।
रतन लाल जाका कछु ना मोल, भरे भंडार अखूट अतोल, खावो खर्चो रल मिल भाई, तोट ना आवे वध दो जाइए, खजाना वधदा ही चला जाता है जी। ऐसा भंडारा, उस भंडारे दे विच आप जी बैठे हो, वो व्यापार नूं आप जी व्यापारी बन करके कर रहे हो। ते एक बेनती करा कि जे साडे दा बच्चे दा जन्म दिन होवे घर विच, जां साडे बजुर्ग दा साडे पिता दा जन्म दिन होवे, ते जदों असीं जन्म दिन मनाउने आ जी, ते की वो जन्म दिन मनाउंदियां होइयां असीं नीवियां पा करके सौ जाने आ जी? नहीं ना सौंदे जी। असीं उदों की करदे आ जी? असीं सारे मिल करके कुछ उत्थों हासिल करन दा यतन करदे आ भी असीं खुशी साझी करिए, एक दूजे नूं खुशी वंड सकीए, दे सकीए। ਜਿਹਦੇ ਵਾਸਤੇ ਅਸੀਂ ਕੁਝ ਕਰ ਰਹੇ ਹਾਂ ਉਹਨੂੰ ਵੀ ਕੁਝ ਖੁਸ਼ੀ ਮਹਿਸੂਸ ਹੋਵੇ ਵੀ ਮੇਰੇ ਬੱਚਿਆਂ ਨੇ ਕੁਝ ਖੁਸ਼ੀ ਸਾਂਝੀ ਕੀਤੀ ਆ। ਜੇ ਪਿਤਾ ਪ੍ਰਸੰਨ ਹੈ ਤੇ ਬੱਚੇ ਪ੍ਰਸੰਨ, ਜੇ ਬੱਚੇ ਪ੍ਰਸੰਨ ਨੇ ਤੇ ਪਿਤਾ ਪ੍ਰਸੰਨ, ਪਰ ਸੌਂ ਕੇ ਪ੍ਰਸੰਨਤਾ ਨਹੀਂ ਮਿਲਦੀ। ਆਓ ਸਾਰੇ ਨੇਤਰ ਜਿਹੜੇ ਨੇ ਖੋਲੋ, ਚੌਂਕੜੇ ਮਾਰੋ, ਜਿਹੜੇ ਲੱਕ ਨੇ ਥੋੜੇ ਜਿਹੇ ਸਿੱਧੇ ਕਰ ਲਓ। ਜਿਹੜਾ ਖਜ਼ਾਨਾ ਲੈਣ ਵਾਸਤੇ ਆਏ ਆ, ਜਿਹੜੇ ਮਾਲਕ ਦਾ ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਏ ਇਕੱਠੇ ਹੋਏ ਆ, ਤੇ ਆਓ ਇਹ ਮਨਾਇਆ ਹੋਇਆ ਦਿਹਾੜਾ ਸਾਡਾ ਸਫਲ ਹੋ ਜਾਏ। ਜੋ ਉਹਨਾਂ ਨੇ ਦਾਤ ਸਾਡੀ ਝੋਲੀ ਪਾਈਏ, ਉਹ ਦਾਤ ਨੂੰ ਆਪਾਂ ਅਪਣਾਉਣ ਦਾ ਯਤਨ ਕਰੀਏ। ਸਾਰੇ ਮਾਈ ਭਾਈ ਗੁਰੂ ਫਤਿਹ ਦੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਦੀ ਗਾਥਾ ਆਰੰਭ ਕੀਤੀ ਹੈ ਵੀ ਨਾਮ ਬੜਾ ਅਮੋਲਕ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਹ ਗਾਥਾ ਆਰੰਭ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਜਿਹੜੇ ਭਗਤ ਸਾਹਿਬਾਨ ਹੋਏ, ਭਗਤਾਂ ਨੇ ਵੀ ਇਹ ਨਾਮ ਦੀ ਗਾਥਾ ਕੀਤੀ ਹੈ, ਕਿਉਂਕਿ ਨਾਮ ਬੜਾ ਅਮੋਲਕ ਹੈ ਜੀ। ਨਾਮ ਤੋਂ ਬਿਨਾਂ ਸਾਡਾ ਕਦੀ ਵੀ ਕਿਸੇ ਪ੍ਰਕਾਰ ਦੇ ਨਾਲ ਪਾਰ ਉਤਾਰਾ ਨਹੀਂ ਹੋ ਸਕਦਾ। ਵੱਖ-ਵੱਖ ਕਰਮ ਕਰਦੇ ਆ, ਵੱਖ-ਵੱਖ ਅਸੀਂ ਢੰਗ ਅਪਣਾਉਂਦੇ ਆ, ਵੱਖ-ਵੱਖ ਯਤਨ ਕਰਦੇ ਆ, ਪਰ ਸਭ ਤੋਂ ਵੱਡਾ ਇੱਕੋ ਇੱਕ ਯਤਨ ਹੈ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ, ਮਨ ਰੁੱਤ ਨਾਮ ਰੇ। ਇਹ ਨਾਮ ਬੀਜਣ ਦੀ ਰੁੱਤ ਹੈ, ਨਾਮ ਬੀਜਣ ਦਾ ਸਮਾਂ ਹੈ। ਤੇ ਭਗਤ ਰਵਿਦਾਸ ਮਹਾਰਾਜ ਜੀ ਨੇ ਬਚਨ ਵਰਤੇ ਨੇ, ਕਹਿੰਦੇ ਜਿਵੇਂ ਜਿਵੇਂ ਯੁੱਗ ਦਾ ਬਦਲਾਅ ਹੁੰਦਾ ਰਿਹਾ ਨਾ ਜੀ, ਯੁੱਗ ਬਦਲਦਾ ਰਿਹਾ, ਜਿਹਨੂੰ ਅਸੀਂ ਕਹਿੰਦੇ ਸਤਯੁੱਗ ਹੈ, ਦੁਆਪਰ ਹੈ, ਤ੍ਰੇਤਾ ਹੈ, ਹੁਣ ਅਸੀਂ ਕਹਿੰਦੇ ਵੀ ਕਲਯੁੱਗ ਦਾ ਸਮਾਂ ਚੱਲ ਰਿਹਾ। ਤੇ ਭਗਤ ਮਹਾਰਾਜ ਜੀ ਕਹਿੰਦੇ ਨੇ ਵੀ ਜਿਵੇਂ ਜਿਵੇਂ ਯੁੱਗ ਬਦਲਦਾ ਰਿਹਾ, ਉਵੇਂ ਉਵੇਂ ਪੂਜਾ ਤੇ ਉਪਾਸਨਾ ਵੀ ਬਦਲਦੀ ਰਹੀ ਹੈ। ਤੇ ਆਹ ਜਿਹੜਾ ਸਮਾਂ ਹੈ ਨਾ, ਇਹ ਸਮੇਂ ਦੇ ਅੰਦਰ ਕੇਵਲ ਤੇ ਕੇਵਲ ਕਹਿੰਦੇ ਨਾਮ ਹੀ ਜੀਵਨ ਦਾ ਆਧਾਰ ਹੈ, ਨਾਮ ਹੀ ਜੀਵਨ ਦਾ ਆਸਰਾ ਹੈ। ਭਗਤ ਰਵਿਦਾਸ ਜੀ ਦੇ ਬਚਨ ਨੇ, ਸਤਜੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਚਾਰ, तीनों जोग तीनों दृढ़े कल केवल नाम आधार। ये समय अंदर नाम ही आधार, नाम ही आसरा। ते भगत रविदास महाराज जी दे समकाली ने बाबा कबीर साहब, भगत कबीर साहब महाराज दोनों समकाली ने बनास की धरती ते जी। ते भगत कबीर महाराज साहब जी ने शब्द वरतिया, कहत कबीर सुनहो नर नरवै, पर हो एक की सरना, केवल नाम जप हो रे प्राणी, तब ही निश्चय तरना। कहते केवल एक दी शरण पै जा, वाहिगुरु दे नाम नू जप, इहदे नाल ही भवजल संसार तो तरिया जा सकता। ते भगत रविदास जी समकाली ने, ते उन्हां ने फिर उन्हां दे बचनां ते एक मोहर लाई है जी, उन्हां ने नाल गवाही भरी है। भगत कबीर महाराज जी कहते, कबीर हर सो हीरा छाड़ कै, करहें आन की आस। भगत जी कहते ने कि हरि परमात्मा रूपी हीरा छड़ के, मालक दा नाम छड़ के, जीव होर होर दी आस करे, होर होर आसरियां दे विच पै जावे, कदी किसे दा, कदी किसे दा, कदी किसे दा। जिहड़े हालात अज बने पए ने, को हन्ने दी, को बन्ने दी, को पहाड़ां वाले रन्ने दी, ढोल ढमक्का सरवर दा। गुरु बाबे ने कहा नहीं, होर होर दी आस नहीं लैनी। यही गवाही धन गुरु गुरु अर्जन साहब महाराज जी पाउंदे ने कि धर जीअरे एक टेक तू लाहे बेडानी आस,
ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਕੇਵਲ ਨਾਮ ਨੂੰ ਧਿਆਉਣਾ ਹੈ, ਇੱਕ ਦੀ ਆਸ ਧਾਰਨ ਕਰਨੀ ਹੈ, ਬੇਗਾਨੀਆਂ ਆਸਾਂ ਲਾਉਣੀਆਂ ਨੇ। ਤੇ ਭਗਤ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਕਬੀਰ ਹਰਿ ਸੋ ਹੀਰਾ ਛੱਡ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਕਹਿਣ ਲੱਗੇ ਨੇ ਵੀ ਉਹ ਜੀਵ ਦੋਜਕ ਵਿੱਚ ਜਾਣਗੇ ਜਿਹੜੇ ਹਰੀ ਮਾਲਕ ਦੇ ਨਾਮ ਨੂੰ ਛੱਡ ਕੇ ਹੋਰ ਦੀਆਂ ਆਸਾਂ ਲੈਂਦੇ ਨੇ। ਕਹਿੰਦੇ ਇਹ ਰਵਿਦਾਸ ਮਹਾਰਾਜ ਜੀ ਨੇ ਸੱਚ ਬਚਨ ਆਖਿਆ ਜੇ। ਕਹਿੰਦੇ ਇਹਨੂੰ ਪੱਲੇ ਬੰਨ ਲਓ ਵੀ ਹੋਰ ਆਸਾਂ ਛੱਡਣੀਆਂ ਨੇ, ਹੋਰ ਪੂਜਾ ਛੱਡਣੀਆਂ ਨੇ, ਕੇਵਲ ਇੱਕ ਦੇ ਉਪਾਸਕ ਬਣਨਾ, ਇੱਕ ਦੇ ਪੁਜਾਰੀ ਬਣਨਾ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਜੀ, ਉਹਨਾਂ ਨੇ ਜੋ ਬਚਨ ਸਾਡੀ ਝੋਲੇ ਪਾਏ ਨੇ ਕਿ ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ, ਭੂਲ ਨਾ ਮੰਨੈ। ਕਦੀ ਭੁੱਲ ਕੇ ਵੀ ਸਿੱਖ ਮੜੀਆਂ ਮਸਾਣਾ ਇਤਿਆਦਿਕ ਮਠਾਂ ਦੀ ਪੂਜਾ ਨਾ ਕਰੇ। ਕਹਿੰਦੇ ਕੇਵਲ ਇੱਕ ਜਗਦੀ ਹੋਈ ਜੋਤ ਨੂੰ, ਵਾਹਿਗੁਰੂ ਅਕਾਲ ਪੁਰਖ ਨੂੰ ਜਪਣਾ ਕਰੇ, ਜਿਹਦੇ ਪਿਆਰਿਓ ਅਨੇਕਾਂ ਨਾਮ ਨੇ ਪਰ ਉਹ ਕੇਵਲ ਤੇ ਕੇਵਲ ਇੱਕ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਢੰਡੋਰਾ ਦਿੱਤਾ ਸੰਸਾਰ ਭਰ ਦੇ ਅੰਦਰ, ਤੇ ਭਗਤਾਂ ਨੇ ਵੀ ਇਹ ਢੰਡੋਰਾ ਦਿੱਤਾ ਹੈ। ਗੁਰੂ ਮਾਲਕ ਨੇ 10 ਜਾਮਿਆਂ ਅੰਦਰ ਵਰਤ ਕੇ ਇਹ ਢੰਡੋਰਾ ਦਿੱਤਾ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪ ਜੀ ਬਚਨ ਪੜ੍ਹਦੇ ਹੋ। ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਜਾਂ ਹਰ ਸਿਮਰਨ ਭਇਆ ਤਹਾਂ ਉਪਾਦ ਗਤ ਕੀਨੀ। ਕਹਿੰਦੇ ਜਿੱਥੇ ਮਾਲਕ ਦਾ ਸਿਮਰਨ ਹੈ ਉਥੋਂ ਆਦੀਆਂ ਬਿਆਦੀਆਂ ਉਪਾਦੀਆਂ ਜਿਹੜੀਆਂ ਨੇ ਨਾਸ ਹੋ ਜਾਂਦੀਆਂ ਨੇ। ਇਹ 3 ਤਾਪ ਨੇ ਜੀ। ਇਹ ਤਿੰਨੇ ਦੇ ਤਿੰਨੇ ਤਾਪ ਜਿਹੜੇ ਨੇ ਕਹਿੰਦੇ ਨਾਸ ਹੋ ਜਾਂਦੇ ਨੇ ਜਿੱਥੇ ਪ੍ਰਮਾਤਮਾ ਦਾ ਸਿਮਰਨ। ਤੇ ਹੁਣ ਸਿੱਕੇ ਦੇ 2 ਪਹਿਲੂ ਹੁੰਦੇ ਨੇ, ਤੇ ਜੇ ਇਹ ਪਹਿਲੂ ਇੱਕ ਲਈਏ ਵੀ ਸਿਮਰਨ ਕੀਤਿਆਂ ਆਦੀਆਂ ਬਿਆਦੀਆਂ ਉਪਾਦੀਆਂ ਦਾ ਨਾਸ ਹੋ ਜਾਂਦਾ ਹੈ, ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ, ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਤੇ ਜਿੱਥੇ ਸਿਮਰਨ ਨਾ ਹੋਵੇ, ਜਿੱਥੇ ਬਾਣੀ ਨਾ ਹੋਵੇ, ਜਿੱਥੇ ਭਜਨ ਦਾ ਪ੍ਰਤਾਪ ਨਾ ਹੋਵੇ, ਉੱਥੇ ਫਿਰ ਕੀ ਹੋਵੇਗਾ। ਤੇ ਭਗਤ ਕਬੀਰ ਮਹਾਰਾਜ ਜੀ ਨੇ ਸ਼ਬਦ ਵਰਤਿਆ, ਕਹਿਣ ਲੱਗੇ ਜੀ, ਕਬੀਰ ਜਹਾਂ ਘਰ ਸਾਧ ਨਾ ਸੇਵੀਆਂ ਹਰ ਕੀ ਸੇਵਾ ਨਾਹੀਂ। ਕਹਿੰਦੇ ਜਿਸ ਘਰ ਦੇ ਵਿੱਚ ਗੁਰੂ ਦੀ ਸੇਵਾ ਭਗਤੀ ਨਹੀਂ, ਜਿੱਥੇ ਮਾਲਕ ਨੂੰ ਜਪਿਆ ਨਹੀਂ ਜਾਂਦਾ, ਪਰਮਾਤਮਾ ਦੀ ਕੀਰਤੀ ਸਿਮਰਨ ਨਹੀਂ ਕੀਤਾ ਜਾਂਦਾ, ਕਹਿੰਦੇ ਉਹ ਘਰ ਨਹੀਂ ਆ। ਕਹਿੰਦੇ ਉਹ ਮਹਿਲ ਨਹੀਂ ਆ, ਉਹ ਸ਼ਮਸ਼ਾਨ ਭੂਮੀ ਆ। ਭਗਤ ਜੀ ਕਹਿੰਦੇ ਉੱਥੇ ਰਹਿਣ ਵਾਲੇ ਮਨੁੱਖ ਨਹੀਂ ਆ। ਜਿੱਥੇ ਪ੍ਰਮਾਤਮਾ ਦਾ ਸਿਮਰਨ ਨਹੀਂ, ਉੱਥੇ ਰਹਿਣ ਵਾਲੇ ਜੀਵ ਜਿਹੜੇ ਨੇ ਉਹ ਭੂਤਾਂ ਤੇ ਪ੍ਰੇਤਾਂ ਦੀ ਨਿਆਈ। ਭਗਤ ਜੀ ਨੇ ਬਚਨ ਕੀਤੇ ਨੇ, ਕਬੀਰ ਜਹਾਂ ਘਰ ਸਾਧ ਨਾ ਸੇਵੀਆਂ ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਏ। ਕਹਿੰਦੇ ਉਹਨਾਂ ਘਰਾਂ ਦੇ ਵਿੱਚ ਭੂਤ ਨੇ ਵਸਦੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ। ਤੇ ਪਿਆਰਿਓ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਗੁਰੂ ਕਾ ਬਚਨ ਹੈ ਕਿ ਜੇਕਰ ਸਾਡਾ ਜੀਵਨ ਇਸ ਤਰ੍ਹਾਂ ਦਾ ਹੋਏਗਾ ਤੇ ਪਿਆਰਿਓ ਸਾਡੇ ਸੰਬੰਧੀ, ਸਾਡੇ ਦੋਸਤ ਮਿੱਤਰ, ਉਹ ਵੀ ਸਾਡੇ ਉਸੇ ਤਰ੍ਹਾਂ ਦੇ ਬਣਨੇ ਆ ਨਾ ਜੀ। ਤੇ ਜੇਕਰ ਸਾਡਾ ਜੀਵਨ ਗੁਰਮੁਖਾਂ ਵਾਲਾ ਬਣ ਜਾਏ, ਜਿਹਦਾ ਸੰਗ ਅਸੀਂ ਰੋਜ਼ ਗੁਰੂ ਕੋਲੋਂ ਮੰਗਦੇ ਆ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਿਆ। ਪਿਆਰਿਓ ਦੇਖੋ, ਕੋਈ ਸਾਧੂ, ਕੋਈ ਮਹਾਤਮਾ, ਕੋਈ ਭਗਤ ਸਾਹਿਬਾਨ, ਸਤਿਗੁਰੂ ਸਾਹਿਬਾਨ, ਕੋਈ ਰੱਬ ਰੰਗੀ ਰੂਹ, ਮਾਲਕ ਦੇ ਘਰ ਤੋਂ ਵਰਸਾਈ ਹੋਈ ਰੂਹ, ਬਾਬਾ ਵਿਰਸਾ ਸਿੰਘ ਜੀ ਮਹਾਰਾਜ ਵਰਗੇ, ਇਹੋ ਜਿਹਾਂ ਦਾ ਸੁਪਨੇ ਦੇ ਵਿੱਚ ਪਿਆਰਿਓ ਕਿਤੇ ਸੁੱਤਿਆਂ ਪਿਆਂ ਸੁਪਨਾ ਆਉਂਦਾ, ਉਹਨਾਂ ਦੀ ਕੋਈ ਯਾਦ ਬਣਦੀ, ਕਿਤੇ ਸਾਹਮਣੇ ਝਲਕ ਪੈ ਜਾਏ ਤੇ ਜੀਵ ਉੱਠ ਕਰਕੇ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਜੇ ਕਿਤੇ ਪਿਆਰਿਓ ਆਪਣੇ ਦੀ ਯਾਦ ਆ ਜਾਏ ਜੀ, ਕਿਤੇ ਬਾਪੂ ਦੀ ਕਿਤੇ ਬੇਬੇ ਦੀ ਯਾਦ ਆ ਜਾਏ, ਕਿਸੇ ਭੈਣ ਭਰਾ ਚਲੇ ਗਏ ਹੋਏ ਦੀ ਕਿਤੇ ਸੁਪਨੇ ਦੇ ਵਿੱਚ ਯਾਦ ਆ ਜਾਏ ਜੀ, ਤੇ ਇੱਕ ਦਿਨ ਵੇਂਦਾ, 2 ਦਿਨ ਵੇਂਦਾ, ਤੀਜੇ ਦਿਨ ਕਹਿੰਦਾ ਵੀ ਕਿਸੇ ਦੇ ਕੋਲ ਚੱਲੀਏ ਜਿਹੜਾ ਇਹਦੇ ਕੋਲੋਂ ਮੇਰਾ ਖਹਿੜਾ ਛੁਡਾ ਦੇ। ਹੱਦ ਹੋ ਗਈ ਆ ਜੀ। ਇੱਕ ਸੰਸਾਰ ਦੇ ਉਹ ਲੋਕ ਨੇ ਜਿਹੜੇ ਸੁਪਨੇ ਵਿੱਚ ਆ ਜਾਣ ਤੇ ਉਹਨਾਂ ਤੋਂ ਡਰ ਆਉਂਦਾ ਹੈ। ਇੱਕ ਉਹ ਮਾਲਕ ਦੇ ਪਿਆਰੇ ਨੇ, ਮਾਲਕ ਦੇ ਘਰ ਤੋਂ ਵਰਸਾਈਆਂ ਹੋਈਆਂ ਰੂਹਾਂ, ਜਿਨ੍ਹਾਂ ਦਾ ਸੁਪਨੇ ਦੇ ਵਿੱਚ ਵੀ ਪਿਆਰਿਓ ਕਿਤੇ ਸਾਹਮਣੇ ਝਲਕ ਪੈ ਜਾਏ ਤੇ ਜੀਵ ਕਹਿੰਦਾ ਮੇਰਾ ਜੀਵਨ ਧਨ ਹੋ ਗਿਆ, ਮੈਨੂੰ ਸੁਪਨ ਦਰਸ਼ਨ ਹੋ ਗਏ।
मालिक किरपा करे, रहमत करे। ऐसा सुपना, ऐसा सौना वो भला है। गुरु पातशाह महाराज जी कहते जागन ते सुपना भला, बसीए प्रभ कै संग। वो जागन नालों सुपना भला, नींद चंगी आ। जिस नींद विच जे सुपने दे विच अपने मालिक दी याद आवे, अपने मालिक दी याद विच जुड़ के कोई वाहिगुरु कहे, कोई मालिक दे प्यारे दी याद बने, इहो जिहा सुपना भी, इहो जिहा सौना भी धन हो जाता है। नहीं तो प्यारिओ जे जीवन विच नाम नहीं ते साहब कहंदे ने सारा दा सारा जीवन ही बेकार है। धन गुरु गुरु अर्जन देव महाराज साहब जी का पावन शब्द है जी। टोडी राग दे अंदर गुरु ग्रंथ साहब महाराज जी दे पावन अंग 711 ते 12 ते सुभाईमान। तुसीं हुक्मनामे दे रूप दे विच कई वारी सरवण कीता होएगा। गुरु बाबे ने बड़े प्यारे बचन कहे ने। टोडी महला पंजवां, हर बिसरत सदा खुआरी। कहंदे मालिक नूं विसारियां सदा खुआरी हुंदी है। परमात्मा दी याद नूं भुलाया, परमात्मा दे चेते नूं भुलाया, वाहिगुरु दे नाम नूं विसारिया, माया दे हत्थों जीव दी बेपती हुंदी है। आप जी आखोगे भी साडे कोल सब कुछ है, साडे कोल धन दौलत है, संपत्ति है, साडे कोल जमीन जायदाद है, साडे कोल कारोबार ने, साडे कोल नौकरियां ने, माया दे हत्थों बेपती किवें? मालिक दी याद नूं विसार के माया दे हत्थों बेपती किवें हुंदी? गुरु बाबे ने बचन कहे ने जी, हर बिसरत सदा खुआरी। कहंदे हरी मालिक नूं विसार करके सदा जीव नूं खुआरी हुंदी। हुण जिहड़ी माया इकट्ठी कीती सी, आ भी मेरा है, आ भी मेरा है, आ भी मेरा है, हैवर गैवर रथ संभाए, गौ कर कीने मेरे, जब ते होई लांबी धाई, चलै नाही एक पैरे। जिन्हों अपना बनाया सी, आ भी मेरा है, आ भी मेरा है, ते जदों लम्मे मार्ग ते तुरिया, उदों विचों एक भी कदम कोई साथ ना तुरिया, ते प्यारिओ जीव दी बिरती बन गई भी इन्ना कुछ जोड़िया, इकट्ठा कीता, छड्ड के जाना। ते साहब कहंदे इहो जे जीव दी जिहड़ी फिर हालत बन जाती है, अंत काल जो लक्ष्मी सिमरै, ऐसी चिंता मैं जे मरै, सर्प जोन वल वल अवतरै। माया दे हत्थों बेपती हो गई जी। बनाया सी अपना ते छड्ड के चले गए, ते उन्हें नाल ते की जाना सी, सगों जीव नूं भी इत्थे रख लिया, सप वर्गी जून दे विच भटकदा फिरदा रहा। ते जिस नूं अपना बनाया सी, आ मेरा अपना अंग है, ये मेरी अर्दंगनी है, जां ये मेरा नेड़े दा रिश्ता घर वाली घर वाला है, ये मेरा पति है, ये मेरी पत्नी है। गुरु बाबे ने क्या कहन लगे, ये भी जदों घर की नार बहुत हित जास्यों, सदा रहत संग लागी, जब ही हंस तजिए काया, प्रेत प्रेत कर भागी। कहंदे ये भी मर चुकिया कह के नेड़े दा रिश्ता भी दूर हो गया जी, ते जीवन दा ध्यान बन गया, इनू ते अपना बनाया सी, ये रिश्ता ते मेरे तो जान वारदा सी, अज ये भी साथ छड्ड गया, ये भी पछाण हट गया जी, ते ध्यान बन गया। अंत काल जो स्त्री सिमरै, ऐसी चिंता मैं जे मरै, वेसवा जोन वल वल अवतरै। होई ना माया दे हत्थों बेपती। पुत्रां ते जीव ने मान कीता जी, मेरे 2 पुत्र ने, मेरे 4 पुत्र ने, बड़े बल वाले ने, बड़े धन वाले ने, बड़े ये महान उच्चियां पदवियां वाले ने। गुरु पातशाह महाराज सतगुरु जी कहन लगे, जदों जीव आत्मा हंस उडारी मारन लगी ना जी, उदों ये तन ते ऐसी विपता पई, जेड़े ये अपने बनाए सी, इन्हां दा साथ की सी, सुख मैं आन बहुत मिल बैठत, रहत चौं दिस घेरै, पर विपत परी सब ही संग छाड़त, को ना आवत नेड़ै। कहंदे जिन्हां नूं अपना बनाया सी, उन्हां ने फड़ के तोड़ दिता जी, उन्हां ने एक पुतली बना करके लै लई। गुरु पातशाह महाराज सतगुरु जी कहन लगे, इन्हां विच भी ध्यान रह गया, अंत काल जो लड़के सिमरै, ऐसी चिंता मैं जे मरै, सूकर जोन वल वल अवतरै। फिर क्यों नहीं मालिक दे विसारिया, मालिक दे याद नूं भुलाया, माया दे हत्थों बेपती है। गुरु पातशाह महाराज सतगुरु जी कहंदे ने, इस वास्ते मालिक सच्चे पातशाह जीओ, हर बिसरत सदा खुआरी, ताको धोखा कहां व्यापै, जाको ओढ़ तुहारी। ओनू कदी माया दे वल्लों धोखा नहीं लग सकदा,
ਉਹ ਜੀਵ ਕਦੀ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾ ਸਕਦਾ। ਕੌਣ ਜੀਵ? ਜਿਸ ਨੂੰ ਮਾਲਕਾ ਤੇਰੀ ਓਟ ਹੈ, ਜਿਸ ਨੂੰ ਪਰਮਾਤਮਾ ਦੀ ਟੇਕ ਹੈ, ਜਿਹਦੇ ਜੀਵਨ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਿਆ ਜਾਂਦਾ ਹੈ, ਉਹਨੂੰ ਕਦੀ ਮਾਇਆ ਵੱਲੋਂ ਧੋਖਾ ਨਹੀਂ ਲੱਗਦਾ। ਸਤਿਕਾਰਯੋਗ ਸਕੱਤਰ ਸਾਹਿਬ ਗਿਆਨੀ ਜੀ ਆਪ ਜੀ ਨੂੰ ਇਸ਼ਾਰਾ ਦੇ ਕੇ ਗਏ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਆਪ ਜੀ ਪੜ੍ਹਦੇ ਸੁਣਦੇ ਹੋ, ਨਾ ਉਹ ਮਰਹੇ ਨਾ ਠਾਗੇ ਜਾਏ। ਨਾ ਉਹ ਕਦੀ ਮਰਦੇ ਨੇ, ਉਹਨਾਂ ਨੂੰ ਕਦੀ ਨਾ ਆਤਮਕ ਮੌਤ ਆਉਂਦੀ ਹੈ ਜੀ, ਨਾ ਕਦੀ ਮਾਇਆ ਦੇ ਹੱਥੋਂ ਠੱਗੇ ਜਾਂਦੇ ਨੇ। ਕੌਣ ਲੋਕ? ਜਿਨ ਕੈ ਰਾਮ ਵਸੈ ਮਨ ਮਾਏ, ਜਿਨ੍ਹਾਂ ਦੇ ਮਨ ਵਿੱਚ ਵਸਦਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਬਾਬਾ ਵਿਰਸਾ ਸਿੰਘ ਜੀ ਮਹਾਰਾਜ ਪਿਆਰਿਓ, ਜਿੰਨਾ ਜੀਵਨ ਦੇ ਵਿੱਚ ਉਹਨਾਂ ਦੇ ਕੋਲ ਧਨ, ਜਿੰਨੀ ਉਹਨਾਂ ਦੇ ਕੋਲ ਸੰਪਤੀ, ਜਿੰਨੀ ਉਹਨਾਂ ਦੇ ਕੋਲ ਸੰਗਤ, ਜਿੰਨੇ ਉਹਨਾਂ ਦੇ ਕੋਲ ਮਹਾਨ ਉੱਚੀ ਪਦਵੀ ਦੀ ਗੱਲ ਕਰੀਏ, ਸਭ ਕੁਝ ਹੁੰਦਿਆਂ ਹੋਇਆਂ ਰਤਾ ਭਰ ਵੀ ਪਿਆਰਿਓ ਕਿਸੇ ਇੱਕ ਵੀ ਵਸਤੂ ਤੇ ਕਦੀ ਉਹਨਾਂ ਨੇ ਪਕੜ ਨਹੀਂ ਸੀ ਬਣਾਈ, ਕਿਉਂਕਿ ਮਾਇਆ ਦੇ ਹੱਥੋਂ ਕਦੀ ਠੱਗੀ ਨਹੀਂ ਜਾਂਦੇ ਜੀ। ਤੇ ਜਿੰਨੀ ਵੀ ਮਾਇਆ ਰਹੀ, ਜਿੰਨੀ ਵੀ ਸੰਪਤੀ ਉਹਨਾਂ ਦੇ ਕੋਲ ਆਈ, ਇਹ ਸੰਪਤੀ ਸਾਡੇ ਕੋਲ ਵੀ ਪਿਆਰਿਓ ਉਸੇ ਰੂਪ ਦੇ ਵਿੱਚ, ਕਿਧਰੇ ਕਿਸੇ ਕੋਲ ਥੋੜੀ, ਕਿਸੇ ਕੋਲ ਬਹੁਤੀ ਹੈ, ਪਰ ਸਾਡੀ ਸੰਪਤੀ ਵਿੱਚ, ਸਾਡੇ ਕੋਲ ਮਾਇਆ ਦੇ ਵਿੱਚ, ਤੇ ਵਾਹਿਗੁਰੂ ਦੇ ਪਿਆਰਿਆਂ ਦੇ ਕੋਲ ਮਾਇਆ ਦੇ ਵਿੱਚ ਬੜਾ ਫਰਕ ਹੈ। ਮਾਇਆ ਉਹੀ ਹੈ, ਪਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਜਿਹੜੀ ਮਾਇਆ ਹੈ ਉਹ ਭਗਤਾਂ ਦੀ ਦਾਸੀ ਬਣ ਜਾਂਦੀ ਹੈ ਜੀ, ਉਹ ਸੇਵਾ ਵਿੱਚ ਜੁੜ ਜਾਂਦੀ ਹੈ। ਅਸੀਂ ਉਹਦੇ ਸੇਵਕ ਬਣ ਜਾਂਦੇ ਹਾਂ, ਅਸੀਂ ਉਹਦੀ ਸੇਵਾ ਦੇ ਵਿੱਚ ਲੱਗ ਜਾਂਦੇ ਹਾਂ, ਪਰ ਮਾਲਕ ਦੇ ਪਿਆਰਿਆਂ ਦੀ ਉਹ ਸੇਵਾ ਦੇ ਵਿੱਚ ਲੱਗ ਜਾਂਦੀ ਹੈ। ਭਗਤ ਕਬੀਰ ਮਹਾਰਾਜ ਆਪਣੇ ਅਸਥਾਨ ਤੇ ਬੈਠੇ ਸਨ, ਤੇ ਕੋਈ ਉਹਨਾਂ ਦਾ ਮੁਰੀਦ, ਕੋਈ ਚੇਲਾ, ਕੋਈ ਸੇਵਕ ਮਿਲਣ ਵਾਸਤੇ ਆਇਆ, ਤੇ ਜਿਉਂ ਹੀ ਉਹਨਾਂ ਦੇ ਅਸਥਾਨ ਦੇ ਨੇੜੇ ਗਿਆ ਨਾ ਜੀ, ਤੇ ਸਾਹਮਣੇ ਕੀ ਦੇਖਦੇ ਕਿ ਉਹਨਾਂ ਦੇ ਅਸਥਾਨ ਤੋਂ ਬਹੁਤ ਸੁੰਦਰ ਸਰੂਪ ਵਾਲੀ ਕੋਈ ਇਸਤਰੀ, ਜਿਹਨੇ ਬੜੇ ਕੀਮਤੀ ਬਸਤਰ, ਬੜੇ ਕੀਮਤੀ ਗਹਿਣੇ ਪਾਏ ਹੋਏ ਨੇ, ਉਸ ਅਸਥਾਨ ਤੋਂ ਬਾਹਰ ਨਿਕਲੀ। ਤੇ ਉਹ ਜੀਵ ਨੇ ਬਾਹਰ ਨਿਕਲਦੀ ਹੋਈ ਦੇਖੀ, ਤੇ ਥੋੜੀ ਦੂਰ ਤੱਕ ਧਿਆਨ ਪਿਆ, ਉਸ ਤੋਂ ਬਾਅਦ ਉਹਨੂੰ ਦਿਖਾਈ ਨਹੀਂ। ਬੜੀ ਉਹਦੇ ਮਨ ਵਿੱਚ ਹੈਰਾਨੀ ਹੋਈ ਵੀ ਅੱਗੇ ਕਦੀ ਇਹੋ ਜਿਹੀ ਇਸਤਰੀ ਮੈਂ ਦੇਖੀ ਨਹੀਂ। ਕਿਉਂਕਿ ਪਿਆਰਿਓ, ਸਾਨੂੰ ਹੁੰਦਾ ਹੈ ਜਾਣ ਪਛਾਣ ਆਪਣੇ ਭਰਾਵਾਂ ਦੀ, ਭੈਣਾਂ ਦੀ, ਰਿਸ਼ਤੇਦਾਰਾਂ ਸੰਬੰਧੀਆਂ ਦੀ ਸੰਗਤ ਵਿੱਚ ਰੋਜ਼ ਜਾਂਦੇ ਆਉਂਦੇ, ਤੇ ਜਾਣ ਪਛਾਣ ਹੋ ਜਾਂਦੀ ਹੈ ਜੀ। ਤੇ ਉਹਨੇ ਮਨ ਵਿੱਚ ਵਿਚਾਰਿਆ, ਕਹਿੰਦਾ ਵੀ ਅੱਗੇ ਤੇ ਇਸਤਰੀ ਕਦੀ ਦੇਖੀ ਨਹੀਂ, ਤੇ ਕੌਣ ਸੀ ਜਿਹੜੀ ਥੋੜੀ ਦੂਰ ਤੱਕ ਤੇ ਦਿਖਾਈ ਦਿੱਤੀ, ਤੇ ਪਰ ਅੱਗੋਂ ਦਿਖਾਈ ਨਹੀਂ ਦਿੱਤੀ ਵੀ ਚਲੀ ਕਿੱਧਰ ਨੂੰ ਗਈ। ਉਹਨੇ ਆ ਕੇ ਭਗਤ ਜੀ ਦੇ ਅੱਗੇ ਨਮਸਕਾਰ ਕੀਤੀ ਹੱਥ ਜੋੜ ਕੇ, ਤੇ ਕਹਿੰਦੇ ਭਗਤ ਜੀ ਇੱਕ ਬੇਨਤੀ ਆ। ਕਹਿੰਦੇ ਦੱਸੋ। ਕਹਿੰਦੇ ਆ ਜਿਹੜੀ ਇਸਤਰੀ ਹੁਣੇ ਇੱਥੋਂ ਗਈ ਸੀ, ਉਹ ਕੌਣ ਸੀ? ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਭਗਤ ਜੀ ਬਾਹਰ ਤੇ ਨਿਕਲਦੀ ਮੈਨੂੰ ਦਿਖਾਈ ਦਿੱਤੀ ਆ, ਤੇ ਜਾਂਦੀ ਦਿਖਾਈ ਨਹੀਂ ਦਿੱਤੀ ਵੀ ਗਈ ਕਿੱਥੇ ਆ। ਭਗਤ ਜੀ ਹੱਸ ਪਏ ਤੇ ਕਹਿਣ ਲੱਗੇ ਭਲਿਆ ਉਹ ਮਾਇਆ ਸੀ। ਬੜਾ ਹੈਰਾਨ ਹੋਇਆ, ਕਹਿੰਦਾ ਜੀ ਮਾਇਆ? ਕਹਿੰਦੇ ਹਾਂ। ਕਹਿੰਦਾ ਜੀ ਇਸਤਰੀ ਰੂਪ ਦੇ ਵਿੱਚ? ਕਹਿੰਦੇ ਤੂੰ ਇਸਤਰੀ ਰੂਪ ਦੀ ਗੱਲ ਕਰਦੇ, ਕਈ ਰੂਪਾਂ ਦੇ ਵਿੱਚ ਆਉਂਦੀ ਹੈ। ਇਹ ਇੱਕ ਨਹੀਂ, ਕਈ ਰੂਪਾਂ, ਕਈ ਭੇਖਾਂ ਦੇ ਵਿੱਚ ਆਉਂਦੀ ਹੈ। ਅੱਜ ਵੀ ਪਿਆਰਿਓ ਸਾਡੇ ਕੋਲ ਜੇ ਮਾਂ ਹੈ, ਬਾਪ ਹੈ, ਪੁੱਤਰ ਹੈ, ਧੀ ਹੈ, ਭੈਣ ਹੈ, ਭਰਾ ਹੈ, ਪਤੀ ਹੈ, ਪਤਨੀ ਹੈ, ਧਨ ਹੈ, ਸੰਪਤੀ ਹੈ, ਜੇਕਰ ਇਹਨਾਂ ਵਿੱਚ ਰਹਿੰਦਿਆਂ ਹੋਇਆਂ ਸਾਡੇ ਕੋਲ ਨਾਮ ਨਹੀਂ ਆ, ਤੇ ਇਹ ਸਾਰਾ ਕੁਝ ਮਾਇਆ ਹੋ ਜਾਂਦਾ ਹੈ। ਜੇ ਇਹਨਾਂ ਨੂੰ ਦੇਖ ਕੇ ਮਾਲਕ ਦੀ ਯਾਦ ਆਉਂਦੀ ਹੈ, ਫਿਰ ਇਹ ਮਾਇਆ ਨਹੀਂ। ਜੇ ਇਹਨਾਂ ਦੇ ਮੋਹ ਵਿੱਚ ਲੱਗ ਕਰਕੇ ਵਾਹਿਗੁਰੂ ਵਿਸਰ ਜਾਏ, ਉਹਦੀ ਯਾਦ ਭੁੱਲ ਜਾਏ, ਫਿਰ ਇਹ ਸਭ ਕੁਝ ਮਾਇਆ ਬਣ ਜਾਂਦਾ। ਕਿਉਂਕਿ ਭੁਲੇਖਾ ਨਾ ਮਨਾਂ ਵਿੱਚ ਰਹਿ ਜਾਏ ਵੀ ਸੈਂਤ ਗਿਆਨੀ ਮਾਇਆ ਮਾਇਆ ਕਰੀ ਜਾਂਦਾ, ਤੇ ਮਾਇਆ ਤੇ ਗਿਆਨੀ ਨੇ ਇਹ ਵੀ ਲੈ ਜਾਣੀ ਹੈ। ਮਾਇਆ ਗਿਆਨੀ ਨੇ ਲੈ ਕੇ ਜਾਣੀ ਹੈ ਇੱਥੋਂ। ਗਿਆਨੀ ਤੇ ਆਪ ਮਾਇਆ ਧਾਰੀ ਹੈ। ਭਾਈ ਮਾਇਆ ਧਾਰੀ ਜ਼ਰੂਰ, ਪਰ ਮਾਇਆ ਦੇ ਵਿੱਚ ਫਰਕ ਸਮਝਣ ਦੀ ਲੋੜ ਹੈ। ਜੋ ਗੁਰੂ ਨੇ ਸਰੂਪ ਸਮਝਾਇਆ ਵੀ ਮਾਇਆ ਅਸਲ ਵਿੱਚ ਹੈ ਕੀ। ਇਹ ਕੇਵਲ ਕਰੰਸੀ ਰੂਪ ਨਾ ਸਮਝਿਓ, ਇਹਨੂੰ ਕੇਵਲ ਪਰਿਵਾਰ ਰੂਪ ਨਾ ਸਮਝਿਓ, ਇਹਨੂੰ ਕੇਵਲ ਸੰਪਤੀ ਰੂਪ ਨਾ ਸਮਝਿਓ। ਗੁਰੂ ਬਾਬੇ ਦੇ ਬਚਨ ਹਰ ਰੋਜ਼ ਹੀ ਪੜ੍ਹਦੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਿਬ ਨੇ ਕਿਹਾ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿੰਦੇ ਉਹੀ ਮਾਇਆ ਜਿਹਦੇ ਮੋਹ ਵਿੱਚ ਲੱਗ ਕਰਕੇ ਮਾਲਕ ਦੀ ਯਾਦ ਵਿਸਰ ਜਾਏ।
परमात्मा भुल जाए। भावें वो करंसी होवे, भावें वो परिवार होवे, भावें जमीन जायदाद होवे, भावें कारोबार होवे, जिहदे मोह विच लग के मालक विसर गया जी, वही माया बन जाती। कदी शंका कीता सी राजा जनक जी दे उपर मुनि ने भी इहदे कोलों नाम की मिलना है, ये तो माया दे विच रचिया होया, राज भाग दा मालक बनया होया, इन्नियां राणियां दासियां दी सेवा दे विच हाज़र ने जी, ये किसी नूं की नाम दे सकदा है, किसी दा की उधार कर सकदा है, ये तो मायाधारी है। ते आप जदों अगे आया तो अगों सेवक ने कह दिता सी कि जे राजा जनक जी नूं मिलना है तो तुहाडे पास जिहड़ा साजो समान है इत्थे रख के जाओ। हुण साजो समान की सी, खड़ावां पाईयां होईयां सन, हत्थ दे विच इक तूंबा फड़िया होया सी, का गड़वा फड़िया होया सी, करमंडल फड़िया होया सी, वो रख दिता। ते हुण एक लंगोटी पाई हुई आ ते ओ पा करके राजा जनक जी दे पास चला गया। ते जदों हुण राजा जनक जी दे पास गया तो राजा जनक नूं पता है कि इहदे मन विच शंका की है, ये की भावना लेके आए, क्योंकि जे मालक अंदर दी भावना जानदा है तो जिहड़ा मालक मालक जपदा मालक हो गया जी, वो भी उसे तरह भावना नूं जानन वाला हो जांदा है। घट घट के अंतर की जानत भले बुरे की पीर पछान। बाणी दे बचन ने कि हर का सेवक हर ही जिहा। ते भगत वाहिगुरु भाई गुरदास साहब महाराज जी ने राजे जनक नूं वड्डे भगत दा खिताब दिता है। आप जी भी आखोगे भी छोटे वड्डे भगत भी हुंदे ने, भगत एक जैसे ही हुंदे ने ना सारे। ते भाई गुरदास जी नूं किसी ने पुछिया सी भी राजे जनक नूं तुसीं वड्डा क्यों किया? भाई गुरदास जी दे बचन सी कि भगत वड्डा राजा जनक है, बहुत वड्डा भगत है राजा जनक। ते पुछिया कहंदे भी सारे भगत इक्को जिहे ने, राजा जनक नूं तुसीं वड्डा क्यों कहिंदे हो? कहंदे वड्डा इस करके किया गुरमुख माया विच उदासी, सब कासे विच रहिंदियां होइयां उपराम, सब कासे विच रहिंदियां होइयां निरलेप, इस करके वड्डा भगत आखिया। ते जदों जान लिया भी ये की शंका लैके आया है, ते बाहरों माया ऐसी वरताई, ड्योड़ीदार आके कहंदा है महाराज जी अपने राज दे विच बहुत भारी अग जड़ी लग चुकी आ, किधरे अग लग गई आ, बड़े भांबड़ मचदे पए ने। राजा जनक जी कहंदे कोई नहीं मालिक भला करे। थोड़ी देर बाद फिर आया जी, कहंदे जी वो अग्नि जिहड़ी अपने महलां वालां नूं वधदी आ रही आ, कहंदे मालिक भला करे, कोई गल नहीं, उहदे भाणे विच है। फिर थोड़ी देर बाद आया, कहंदा जी अग्नि ते जिहड़ी आ हुण ते अपनी ड्योड़ी ते आ पहुंची आ महल दे। इन्नी गल सुणदियां सारी मुनि भज उठिया, कहंदे तैनूं की होया? कहंदा जी मेरे पऊए ते मेरा करमंडल उत्थे पिया होया। कहंदे आ जा, कोई गल नहीं, किते नहीं अग लगी होई। माया धारी तू है कि माया धारी मैं? इस वास्ते प्यारिओ माया धारी किते ये ना समझिओ कि जिहदे कोल बहुते पैसे ने वो माया धारी। ते बाबे ने जिहड़ा शब्द बड़िया बड़ा ध्यान दे नाल सुनना चाहिए ते विचारना चाहिए। माया धारी अत अन्ना बोला, शब्द ना सुनाई बरोल कचोला। माया धारी उन्होंने किया है जिहड़ा गुरु का शब्द ना सुन सके, गुरु के दर्शन ना कर दे सके, भाव के मालक की जोत नूं देख ना सके, मालक नूं सुन ना सके। इहदे विच ही खजत हो के उन्होंने माया धारी किया, भावें वो थोड़ी होवे ते भावें बहुती होवे। क्योंकि बहुती थोड़ी वाला सुखी नहीं आखिया जाता, भी थोड़ी वाला सुखी नहीं तो बहुती वाला सुखी होंदा है। बाबे ने भी शंका साडा दूर किया है जी, कहंदे जिस ग्रे बहुत तिसै ग्रह चिंता, जिहदे कोल बहुती है उन्होंने चिंता लगी हुई है जी, दिन रात टैक्स ना पै जाए, चोरी ना कोई करके लै जाए, किते धड़ भी ना पै जाए, बड़े प्रकार की दिन रात चिंता होंदी है। देखिया ना कई कई किन्ने किन्ने बाडीगार्ड रखे होंदे ने, किन्ने किन्ने पहरेदार लाए होंदे ने, किन्ने किन्ने वड्डे जिहड़े ने उन्हां दे उपर ताले लाए होंदे ने भी किसी प्रकार इनू कोई लै ना जाए। दिन रात चिंता है। जिस ग्रह बहुती सो वाहिगुरु, जिस ग्रह बहुत तिसै ग्रह चिंता, जिस ग्रह थोड़ी सो फिरै परमंता। जिहदे कोल थोड़ी हो बेचारा मेरे वर्गा भटकदा पिया जी, होर चार आ जाण, होर चार आ जाण। ते गुरु बाबे ने बचन कीते ने, दूहूं व्यवस्था तेजो मुक्ता सोई सोहेला
ਭਾਲੀਐ। ਦੋਨਾਂ ਅਵਸਥਾ ਤੋਂ ਜਿਹੜਾ ਮੁਕਤ ਹੈ, ਭਾਵੇਂ ਥੋੜੀ ਤੇ ਭਾਵੇਂ ਬਹੁਤੀ, ਉਹਦਾ ਸ਼ੁਕਰਗੁਜ਼ਾਰ ਹੁੰਦਾ ਨਾ ਜੀ, ਉਹ ਅਸਲ ਦੇ ਵਿੱਚ ਸੁਖੀ ਹੈ। ਨਹੀਂ ਤਾਂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਮਾਲਕ ਦਾ ਨਾਮ ਜਪਣ ਵਾਲਾ ਅਸਲ ਦੇ ਵਿੱਚ ਸੁਖੀ ਹੈ, ਨਹੀਂ ਤੇ ਰਾਜਾ ਵੀ ਦੁਖੀ ਹੈ। ਮਾਇਆ ਕਰਕੇ ਜੀਵ ਸੁਖੀ ਨਹੀਂ ਹੋ ਸਕਦਾ, ਸੰਪਤੀ ਕਰਕੇ ਕੋਈ ਸੁਖੀ ਨਹੀਂ ਹੋ ਸਕਦਾ। ਜੇ ਸੁਖ ਹੈ ਉਹ ਕੇਵਲ ਤੇ ਕੇਵਲ ਨਾਮ ਦੇ ਨਾਲ, ਜਿਹਨੂੰ ਸਾਹਿਬ ਕਹਿੰਦੇ ਨੇ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਮਾਲਕ ਦੇ ਨਾਮ ਤੋਂ ਬਿਨਾਂ ਕਦੇ ਸੁਖ ਨਹੀਂ ਮਿਲਦਾ, ਮਾਲਕ ਦੇ ਨਾਮ ਤੋਂ ਬਿਨਾਂ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਲਈ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਤਾਕੋ ਧੋਖਾ ਕਹਾਂ ਵਿਆਪੈ, ਜਾ ਕੋ ਓੜ ਤੁਹਾਰੀ। ਜਿਹਨੂੰ ਤੇਰੀ ਓਟ ਹੈ ਨਾ, ਉਹਨੂੰ ਕਦੀ ਮਾਇਆ ਵੱਲੋਂ ਧੋਖਾ ਨਹੀਂ ਲੱਗ ਸਕਦਾ। ਨਾ ਉਹ ਮਰਹੇ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ। ਤੇ ਅੱਜ ਪਿਆਰਿਓ, ਜਿੱਥੇ ਮਹਾਰਾਜ ਜੀ ਦਾ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ ਨਾ, ਤੇ ਜਨਮ ਦਿਹਾੜੇ ਅਸੀਂ ਬੱਚਿਆਂ ਦੇ ਵੀ ਮਨਾਉਂਦੇ ਆ, ਨੌਜਵਾਨਾਂ ਦੇ ਵੀ ਮਨਾਉਂਦੇ ਆ, ਹੁਣ ਤੇ ਬੜੇ ਬੜੇ ਬਜ਼ੁਰਗਾਂ ਦੇ ਵੀ ਅਸੀਂ ਮਨਾਉਣ ਲੱਗ ਪਏ ਹਾਂ ਜੀ। ਬਜ਼ੁਰਗਾਂ ਦੇ ਬੱਚਿਆਂ ਨੇ ਮਨਾਉਣੇ ਇੱਕ ਵੱਖਰੀ ਗੱਲ ਹੈ ਜੀ, ਬਜ਼ੁਰਗਾਂ ਨੇ ਆਪ ਮਨਾਉਣੇ ਸ਼ੁਰੂ ਕਰ ਦਿੱਤੇ। ਭਲਿਆ ਹੁਣ ਤੇ ਧਿਆਨ ਦੇ ਵੀ ਤੂੰ ਜਾਣਾ ਕਿੱਧਰ ਨੂੰ ਹੈ। ਤੇ ਅਸੀਂ ਫਿਰ ਜਨਮ ਦੀਆਂ ਗੱਲਾਂ ਕਰਦੇ, ਅੱਗੇ ਜਨਮ ਤੋਂ ਤੇ ਮਸਾਂ ਬਾਹਰ ਆਏ ਆ ਜੀ। ਤੇ ਬੇਨਤੀਆਂ ਅਸੀਂ ਕਰ ਰਹੇ ਹਾਂ ਕਿ ਮਾਲਕਾ ਕਿਰਪਾ ਕਰੋ, ਰਹਿਮਤ ਕਰੋ, ਸਾਡਾ ਜੰਮਣਾ ਤੇ ਮਰਨਾ ਘੱਟ ਦਿਓ। ਤੇ ਅਸੀਂ ਕਹਿੰਦੇ ਜੀ ਅਸੀਂ ਇੰਨੀ ਵਾਰੀ ਜੰਮ ਪਏ, ਇੰਨੀ ਵਾਰੀ ਜੰਮ ਪਏ, ਇੰਨਾ ਜਨਮ ਹੋ ਗਿਆ, ਇੰਨਾ ਜਨਮ ਹੋ ਗਿਆ। ਨਹੀਂ। ਤੇ ਜੇ ਮਨ ਵਿੱਚ ਸ਼ੰਕਾ ਪੈਦਾ ਹੋਏ, ਮਨ ਵਿੱਚ ਖਿਆਲ ਆ ਜਾਏ, ਤੇ ਦੇਖੋ ਜੀ ਮਹਾਰਾਜ ਦਾ ਤੁਸੀਂ ਜਨਮ ਦਿਹਾੜਾ ਮਨਾਉਂਦੇ ਹੋ, ਤੇ ਬਾਣੀ ਦੇ ਬਚਨ ਸੁਣੋ, ਬਾਣੀ ਦੇ ਬਚਨ ਪੜੋ ਕਿ ਜਨਮ ਮਰਨ ਦੋਹੋਂ ਮੈਂ ਨਹੀਂ। ਇਹ ਤੇ ਪਿਆਰਿਓ ਇੱਕ ਵਸੀਲਾ ਹੈ, ਇਹ ਤੇ ਇੱਕ ਢੰਗ ਹੈ ਸਾਨੂੰ ਉਹਨਾਂ ਦੀ ਯਾਦ ਵਿੱਚ ਜੁੜਨ ਦਾ। ਇੱਥੇ ਅਸੀਂ ਉਸ ਤਰ੍ਹਾਂ ਦਾ ਜਨਮ ਦਿਹਾੜਾ ਨਹੀਂ ਮਨਾਉਂਦੇ ਜਿਵੇਂ ਦਾ ਜਨਮ ਦਿਹਾੜਾ ਅਸੀਂ ਘਰਾਂ ਵਿੱਚ ਮਨਾਉਣਾ ਹੈ। ਮਾਲਕ ਕਿਰਪਾ ਕਰੇ, ਰਹਿਮਤ ਕਰੇ। ਇੱਥੇ ਤੇ ਗੁਰੂ ਕੀ ਸੰਗਤ ਵਿੱਚ ਜੁੜਦੇ ਆ। ਜੇ ਜਨਮ ਦਿਹਾੜੇ ਘਰਾਂ ਵਿੱਚ ਮਨਾਉਣੇ ਨੇ, ਜੀ ਸਦਕੇ ਮਨਾਓ, ਪਰ ਇਹੋ ਜਿਹਾ ਸੰਗਤ ਵਾਲਾ ਜੀਵਨ ਬਣਾਓ। ਇਹੋ ਜਿਹਾ ਗੁਰਮਤਿ ਦਾ ਸਮਾਗਮ ਰੱਖ ਲਓ, ਕੀਰਤਨ ਦਾ ਸਮਾਗਮ ਰੱਖ ਲਓ, ਮਿਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ, ਪਰਿਵਾਰ ਦੇ ਜੀ ਰਿਸ਼ਤੇਦਾਰ ਸੰਬੰਧੀ ਇਕੱਠੇ ਹੋ ਕੇ ਪਾਠ ਕਰੋ। ਤੁਹਾਡਾ ਜਨਮ ਦਿਹਾੜਾ ਮਨਾਇਆ ਹੋਇਆ ਸਫਲਾ ਹੋ ਜਾਏ, ਮਾਲਕ ਦੇ ਲੇਖੇ ਲੱਗ ਜਾਏ ਉਹ ਘੜੀਆਂ, ਤਾਂ ਸਾਡਾ ਜਨਮ ਸਫਲਾ ਹੈ। ਤੇ ਮਾਲਕ ਕੋਲੋਂ ਅਸੀਸ ਮੰਗੀਏ ਪੂਤਾ, ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਮਾਲਕ ਦੇ ਕੋਲੋਂ ਇਹ ਅਸੀਸ ਮੰਗੀ। ਤੇ ਪਿਆਰਿਓ ਅੱਜ ਅਸੀਸਾਂ ਅਸੀਂ ਕਿਹੜੀਆਂ ਦਿੰਨੇ ਆ? ਗਿਫਟ ਤਰ੍ਹਾਂ ਤਰ੍ਹਾਂ ਦੇ ਦਿੰਨੇ ਆ ਜੀ। ਤੇ ਉਹ ਗਿਫਟ ਤੇ ਜ਼ਰੂਰ ਦਿੰਨੇ ਆ, ਤੇ ਕਦੀ ਅਸੀਸ ਨਹੀਂ ਦਿੰਦੇ ਤੈਨੂੰ ਮਾਲਕ ਦਾ ਨਾਮ ਵੀ ਚੇਤੇ ਆਏ, ਤੂੰ ਸਿੱਖੀ ਵਾਲਾ ਵੀ ਹੋਵੇਂ, ਕਦੀ ਤੂੰ ਪ੍ਰਮਾਤਮਾ ਦੀ ਭਗਤੀ ਵਾਲਾ ਵੀ ਹੋਵੇਂ। ਨਹੀਂ ਪਿਆਰਿਓ, ਐਸੀਆਂ ਅਸੀਸਾਂ ਦਿਓ ਜਿਹੜੇ ਅਸੀਸ ਗੁਰੂ ਬਾਬੇ ਨੇ ਸਾਡੀ ਝੋਲੀ ਵਿੱਚ ਪਾਈ। ਤੇ ਜਿਹਦੇ ਕੋਲ ਇਹ ਅਸੀਸ ਹੈ, ਜਿਹਦੇ ਕੋਲ ਪ੍ਰਮਾਤਮਾ ਦਾ ਨਾਮ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨੂੰ ਕਦੀ ਮਾਇਆ ਵੱਲੋਂ ਧੋਖਾ ਲੱਗ ਹੀ ਨਹੀਂ ਸਕਦਾ। ਮਾਇਆ ਕਦੀ ਉਹਦੀ ਬੇਪਤੀ ਕਰ ਹੀ ਨਹੀਂ ਸਕਦੀ। ਤੇ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਇਹ ਮਾਇਆ ਹੈ। ਕਹਿੰਦੇ ਤੂੰ ਇਸਤਰੀ ਕਹਿਣਾ ਹੈ, ਇਹ ਕਈ ਰੂਪਾਂ ਵਿੱਚ ਆਈ। ਕਬੀਰ ਆਈ ਮੁਝੇ ਪੈ, ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ, ਉਨ ਕੀਨੋ ਆਦੇਸ। ਕਹਿਣ ਲੱਗੇ ਕਈ ਭੇਖਾਂ ਵਿੱਚ ਆਈ, ਸਾਨੂੰ ਤੇ ਮੇਰੇ ਮਾਲਕ ਨੇ, ਮੇਰੇ ਗੁਰੂ ਨੇ ਹੱਥ ਦੇ ਕੇ ਰੱਖਿਆ, ਇਹਨੂੰ ਨਮਸਕਾਰ ਕਰਕੇ ਜਾਣਾ ਪਿਆ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਬੜਾ ਧਿਆਨਯੋਗ ਬਚਨ ਹੈ ਜੀ। ਨਾਮ ਸਿਮਰਨ ਤੋਂ ਬਿਨਾ ਜੀਵਨ ਬਲਣਾ, ਬਲਣਾ ਦਾ ਅਰਥ ਹੁੰਦਾ ਹੈ ਜੀ ਗੁਜ਼ਾਰਨਾ। ਜਿਹੜਾ ਜੀਵਨ ਨਾਮ ਤੋਂ ਬਿਨਾ ਬਤੀਤ ਕਰਦੇ ਆ, ਉਹ ਕਿਸ ਤਰ੍ਹਾਂ ਦਾ ਜੀਵਨ ਹੈ? ਸਰਪ ਜੈਸੇ ਅਰਜਾਰੀ। ਕਹਿੰਦੇ ਜਿਵੇਂ ਸੱਪ ਦੀ ਉਮਰ ਹੈ ਨਾ, ਸੱਪ ਦਾ ਜੀਵਨ ਹੈ, ਇਸ ਤਰ੍ਹਾਂ ਦਾ ਉਸ ਮਨੁੱਖ ਦਾ, ਉਸ ਜੀਵ ਦਾ ਜੀਵਨ ਹੈ ਜਿਹਦੇ ਕੋਲ ਪਰਮਾਤਮਾ ਦਾ ਨਾਮ ਨਹੀਂ। ਆਪ ਹੈਰਾਨ ਹੋਵੋਗੇ, ਬਾਬਾ ਅਸੀਂ ਬੰਦੇ ਆ, ਸਾਨੂੰ ਮਨੁੱਖਾ ਜਨਮ ਮਿਲਿਆ, ਤੇ ਮਾਲਕਾ ਤੁਲਨਾ ਸਾਨੂੰ ਦੇ ਰਿਹਾ ਸੱਪਾਂ ਦੇ ਨਾਲ, ਜਿਹੜਾ ਜ਼ਹਿਰ ਪੈਦਾ ਕਰਦਾ। ਤੇ ਬਾਬੇ ਨੇ ਜੇ ਪਿਆਰਿਓ ਤੁਲਨਾ ਦਿੱਤੀ ਹੈ ਨਾ ਸੱਪ ਨਾਲ, ਇਹਦਾ ਮਤਲਬ ਹੈ ਵੀ ਧਿਆਨ ਦੇਣਾ ਚਾਹੀਦਾ। ਇੱਕ ਤੇ ਸੱਪ ਦੀ ਉਮਰਾਂ ਬੜੀ ਲੰਮੀ ਹੁੰਦੀ ਹੈ, ਤੇ ਸਾਹਿਬ ਕਹਿੰਦੇ ਭਾਵੇਂ ਲੰਬੀ ਉਮਰਾਂ ਵੀ ਹੋਵੇ ਨਾਮ ਤੋਂ ਬਿਨਾ,
ਤੇ ਸੱਪ ਵੱਲ ਦੇਖ, ਸੱਪ ਸਾਰੀ ਜ਼ਿੰਦਗੀ ਕਰਦਾ ਕੀ ਹੈ ਜੀ? ਜ਼ਹਿਰ ਹੀ ਜ਼ਹਿਰ ਪੈਦਾ ਕਰਦਾ ਹੈ। ਤੇ ਜਦੋਂ ਸੱਪ ਦੇ ਸਿਰ ਵਿੱਚ ਜ਼ਹਿਰ ਭਰ ਜਾਂਦਾ ਹੈ, ਫਿਰ ਉਹਦਾ ਸਿਰ ਖੌਲਦਾ ਹੈ। ਤੇ ਜਦੋਂ ਸਿਰ ਖੌਲਦਾ, ਉਹ ਆਪਣੀ ਜ਼ਹਿਰ ਕੱਢਣਾ ਚਾਹੁੰਦਾ ਹੈ, ਤੇ ਫਿਰ ਉਹ ਕਿਸੇ ਜੀਵ ਜੰਤੂ ਨੂੰ ਲੱਭਦਾ, ਮੈਂ ਡੰਗ ਮਾਰਾਂ, ਆਪਣੀ ਜ਼ਹਿਰ ਕੱਢਾਂ। ਤੇ ਜੇ ਜੀਵ ਜੰਤੂ ਉਹਨੂੰ ਕੋਈ ਨਹੀਂ ਮਿਲਦਾ, ਫਿਰ ਕੀ ਕਰਦਾ ਜੀ? ਪੱਥਰ ਨੂੰ ਡੰਗ ਮਾਰ ਦਿੰਦਾ। ਵੈਦਿਕ ਲੋਕ ਕਹਿੰਦੇ ਨੇ ਜਿਹੜਾ ਪੱਥਰ ਨੂੰ ਡੰਗ ਮਾਰਦਾ ਨਾ ਸੱਪ, ਉਥੋਂ ਸੰਖੀਆ ਪੈਦਾ ਹੁੰਦਾ ਜੀ, ਜਿਹੜਾ ਅਨੇਕਾਂ ਜਿਹੜੀਆਂ ਦਵਾਈਆਂ ਦੇ ਵਿੱਚ ਪੈ ਜਾਂਦਾ ਹੈ, ਉਹ ਸੰਖੀਆ ਪੈਦਾ ਹੁੰਦਾ। ਹੁਣ ਉਹ ਸੱਪ ਸੀ, ਉਹਦੇ ਸਿਰ ਵਿੱਚ ਜ਼ਹਿਰ ਭਰੀ, ਉਹਦਾ ਖੌਲਿਆ ਸਿਰ ਜੀਵ ਜੰਤੂ ਨੇ ਮਿਲਿਆ, ਪੱਥਰ ਨੂੰ ਹੀ ਡੰਗ ਮਾਰ ਦਿੱਤਾ। ਤੇ ਨਾਮ ਤੋਂ ਬਿਨਾਂ ਜਿਹੜਾ ਬੰਦਾ ਸੱਪ ਵਰਗਾ ਹੋਵੇ ਜੀ ਜ਼ਿੰਦਗੀ, ਤੇ ਸਾਹਿਬ ਕਹਿੰਦੇ ਉਹ ਵੀ ਸਾਰੀ ਜ਼ਿੰਦਗੀ ਜ਼ਹਿਰ ਹੀ ਜ਼ਹਿਰ ਪੈਦਾ ਕਰਦਾ। ਫਿਰ ਮਨੁੱਖ ਦੇ ਜੀਵਨ ਦੇ ਵਿੱਚ ਵੀ ਜ਼ਹਿਰ ਭਰ ਜਾਂਦੀ, ਇਹਦੇ ਸਿਰ ਵੀ ਖੌਲਦਾ ਜੀ। ਫਿਰ ਇਹ ਹੁਣ ਬੰਦਾ ਹੈ ਨਾ ਜੀ, ਤੇ ਬੰਦਾ ਤੇ ਫਿਰ ਬੰਦੇ ਨੂੰ ਡੰਗ ਮਾਰੂਗਾ ਨਾ ਜੀ। ਇਹ ਫਿਰ ਬੋਲਾਂ ਦੇ ਰਾਹੀਂ ਡੰਗ ਮਾਰਦਾ ਜੀ। ਇਹ ਨਿੰਦਿਆ ਕਰਦਾ ਹੈ, ਇਹ ਨਿੰਦਿਆ ਕਰਦਾ ਸਾਧੂ ਸੰਤਾਂ ਦੀ, ਵਾਹਿਗੁਰੂ ਦੇ ਪਿਆਰਿਆਂ ਦੀ। ਉਹਨਾਂ ਦੀ ਨਿੰਦਿਆ ਕਰਦਾ ਜਿਨ੍ਹਾਂ ਨੇ ਇੱਥੇ ਪਰਉਪਕਾਰਾਂ ਰੂਪੀ ਗੰਗਾ ਬਹਾ ਦਿੱਤੀ ਹੋਵੇ ਜੀ, ਹੜ ਲਿਆ ਦਿੱਤੇ ਹੋਣ, ਤੇ ਆਪ ਚੁਲੀ ਭਰ ਕੇ ਕਦੀ ਪਾਣੀ ਨਾ ਦਿੱਤਾ ਹੋਵੇ, ਤੇ ਉਹਨਾਂ ਦੀ ਨਿੰਦਿਆ ਕਰਦਾ। ਆਪ ਨਾ ਦੇਹੇ ਚੁਰੂ ਭਰ ਪਾਨੀ, ਤੇ ਨਿੰਦੇ ਜੇ ਗੰਗਾ ਨੇ। ਆਪ ਅੱਗੇ ਹੋ ਕੇ ਕੰਮ ਨਹੀਂ ਕਰਨਾ। ਤੇ ਜਿਵੇਂ ਸਾਡੇ ਸਕੱਤਰ ਸਾਹਿਬ ਨੇ ਜਾਂ ਪ੍ਰਬੰਧਕ ਵੀਰ ਬੈਠੇ ਨੇ, ਪ੍ਰਧਾਨ ਸਾਹਿਬ ਜੀ ਬੈਠੇ ਨੇ, ਜੇ ਅੱਗੇ ਹੋ ਕੇ ਕਰਦੇ ਨੇ ਤਾਂ ਅਸੀਂ ਉਹਨਾਂ ਦੀਆਂ ਲੱਤਾਂ ਖਿੱਚੀ ਜਾਣੀਆਂ ਜੀ, ਹੈਨਾ। ਇਹ ਡੰਗ ਮਾਰਨਾ ਹੁੰਦਾ, ਮੁਆਫ ਕਰਿਆ ਜੇ ਮੈਨੂੰ। ਫਿਰ ਭੈੜੇ ਕਰਮਾਂ ਰੂਪੀ ਕੁਕਰਮਾਂ ਰੂਪੀ ਜੀਵਾਂ ਦੇ ਵਿੱਚ ਡੰਗ ਮਾਰਦਾ ਜੀ। ਗੁਰੂ ਨਾਲੋਂ ਸ਼ਰਧਾ ਤੋੜਨ ਰੂਪੀ ਇਹ ਡੰਗ ਮਾਰਦਾ, ਗੁਰੂ ਨਾਲੋਂ ਸ਼ਰਧਾ ਤੋੜ ਦਿੰਦਾ ਹੈ। ਫਿਰ ਏਕਤਾ ਜਿਹੜੀ ਮਾਲਕ ਨੇ ਸਾਡੇ ਵਿੱਚ ਬਣਾਈ ਸੀ ਕਿ ਸਮੁੱਚੀ ਮਾਨਵਤਾ ਇੱਕ ਜੋਤ ਹੈ, ਉਹਨਾਂ ਨੂੰ ਵੰਡੀਆਂ ਦੇ ਵਿੱਚ ਪਾਉਣਾ, ਇਹ ਡੰਗ ਮਾਰਨਾ। ਫਿਰ ਇਹ ਜੀਵ ਇਸ ਤਰ੍ਹਾਂ ਡੰਗ ਮਾਰਦੇ ਆਪਣੀ ਜ਼ਹਿਰ ਕੱਢਦਾ, ਕਦੀ ਕਿਤੇ ਬਹਿ ਕੇ, ਕਦੀ ਕਿਤੇ ਬਹਿ ਕੇ ਜ਼ਹਿਰ ਕੱਢਦਾ। ਤੇ ਗੁਰੂ ਬਾਬੇ ਨੇ ਸਾਨੂੰ ਬਚਨ ਦਿੱਤੇ ਸੀ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਤੇ ਜਿਹੜਾ ਟੀਚਾ, ਜਿਹੜਾ ਮਿਸ਼ਨ ਮਹਾਰਾਜ ਬਾਬਾ ਵਿਰਸਾ ਸਿੰਘ ਹੋਣਾ ਦਾ ਸੀ, ਉਹ ਇਹੀ ਉਹਨਾਂ ਦਾ ਮਿਸ਼ਨ ਸੀ ਕਿ ਸਮੁੱਚੀ ਮਾਨਵਤਾ ਜਿਹੜੀ ਹੈ ਉਹ ਇੱਕ ਵਾਹਿਗੁਰੂ ਦੀ ਜੋਤ, ਇੱਕ ਅੱਲਾਹ ਤਾਲਾ ਖੁਦਾ ਦੀ ਵਾਹਿਗੁਰੂ ਦੀ ਜੋਤ ਹੈ। ਤੇ ਜੋ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਨ, ਉਹੀ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹਨ। ਜੋ 10 ਪਾਤਸ਼ਾਹੀਆਂ ਹਨ, 10 ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਹਨ। ਜੋ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਗੁਰਮਤਿ ਹੈ, ਉਹੀ ਪਾਵਨ ਬਾਣੀ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ। ਉਹਨਾਂ ਨੇ ਪਿਆਰਿਓ ਜਿੱਥੇ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ, ਉੱਥੇ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ, ਜਿਹਨੂੰ ਅਸੀਂ 10 ਬਾਣੀ ਆਖਦੇ ਹਾਂ, ਉਹ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਵੀ ਕੀਤਾ। ਜਾਪ ਸਾਹਿਬ ਦਾ ਜਿਹੜਾ ਉਹਨਾਂ ਨੇ ਖਾਸ ਕਰਕੇ ਮਹੱਤਵ ਦਿੰਦੇ ਸਨ ਕਿ ਭਾਈ ਘਰ ਘਰ ਦੇ ਵਿੱਚ ਜਾਪ ਕਰੋ, ਘਰ ਘਰ ਦੇ ਵਿੱਚ ਜਾਪ ਸਾਹਿਬ ਦੀ ਬਾਣੀ ਹੋਵੇ। ਕਿਉਂਕਿ ਜਾਪ ਸਾਹਿਬ ਦੀ ਬਾਣੀ ਜਿਹੜੀ ਹੈ, ਪਹਿਲੀ ਬਾਣੀ ਹੈ ਜੀ ਪੰਜਾਂ ਵਿੱਚੋਂ ਜਪ ਜੀ ਸਾਹਿਬ। ਜਪ ਨਾਮ ਹੈ ਬਾਣੀ ਦਾ, ਜੀ ਸਾਹਿਬ ਅਸੀਂ ਸਤਿਕਾਰ ਨਾਲ ਕਹਿੰਦੇ, ਜਪ ਜੀ ਸਾਹਿਬ। ਦੂਜੀ ਬਾਣੀ ਪੰਜਾਂ ਬਾਣੀਆਂ ਵਿੱਚੋਂ ਹੈ ਜਾਪ, ਜਾਪ ਸਾਹਿਬ। ਤੇ ਟੂਕ ਮਾਤਰ ਮੈਂ ਕਵਾਂ, ਸਮਾਂ ਉਹ ਚੱਲਿਆ ਜੀ। ਦੇਖੋ, ਜੇ ਜਪ ਜਾਪ ਬਣ ਜਾਏ, ਜਪ ਜਾਪ ਬਣ ਜਾਏ, ਤੇ ਉਹੀ ਜਾਪ ਬੈਰਾਗ ਬਣ ਜਾਏ, ਸਵਈਏ ਉਹੀ ਬੈਰਾਗ ਬਣ ਜਾਏ, ਤੇ ਉਹ ਬੈਰਾਗ ਅਰਦਾਸ ਬਣ ਜਾਏ, ਹਮਰੀ ਕਰੋ ਆਦਰ ਰੱਛਾ। ਤੇ ਉਹੀ ਅਰਦਾਸ ਬਣੀ ਹੋਈ ਆਨੰਦ ਬਣ ਜਾਏਗੀ, ਆਨੰਦ ਭਇਆ ਮੇਰੀ ਮਾਏ। ਤੇ ਜੇ ਪਿਆਰਿਓ ਜਾਪ ਹੀ ਵਿੱਚ ਨਾ ਹੋਵੇ ਜੀ, ਜਾਪ ਹੀ ਨਾ ਬਣੇ, ਤੇ ਬੈਰਾਗ ਕਿੱਥੋਂ ਆਏ? ਤੇ ਜੇ ਬੈਰਾਗ ਨਾ ਹੋਇਆ ਤੇ ਅਰਦਾਸ ਕਿੱਥੋਂ ਨਿਕਲੇਗੀ? ਗੁਰੂ ਬਾਬੇ ਨੇ ਅਰਦਾਸ ਕੀਤੀ, ਸਮੁੱਚੀ ਮਾਨਵਤਾ ਨੂੰ ਆਪਣੀ ਗਲ ਵਕੜੀ ਵਿੱਚ ਲਿਆ, ਕਿਤੇ ਇਕੱਲੇ ਵਾਸਤੇ ਅਰਦਾਸ ਨਹੀਂ ਕੀਤੀ। ਗੁਰੂ ਬਾਬੇ ਨੇ ਕਿਹਾ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲਿਓ ਉਬਾਰ। ਤੇ ਅੱਜ ਵੀ ਸਿੱਖ ਜਦੋਂ ਅਰਦਾਸ ਕਰਦੇ ਤੇ ਅਰਦਾਸ ਦੀ ਸਮਾਪਤੀ ਹੀ ਇੱਥੇ ਕਰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਕਿਵੇਂ ਕਹੀਏ ਵੀ ਅੱਲਾ ਹੋਰ, ਰਾਮ ਹੋਰ? ਕਿਵੇਂ ਕਹੀਏ ਵੀ ਉਸ ਨੂੰ ਕਿਸੇ ਹੋਰ ਰੂਪ ਦੇ ਨਾਲ ਜਾਣਿਆ ਜਾਂਦਾ ਉਹ ਵੱਖਰਾ, ਕਿਸੇ ਨੂੰ ਹੋਰ ਨਾਲ ਜਾਣਿਆ ਜਾਂਦਾ ਉਹ ਵੱਖਰਾ? ਨਹੀਂ। ਅੱਜ ਪਿਆਰਿਓ, ਮਾਂ ਪੁੱਤ ਦੇ ਦਿਨ ਦੇ ਵਿੱਚ ਹਜ਼ਾਰਾਂ ਨਾਮ ਲੈਂਦੀ ਆ,
पर पुत ओदा इक्को ही हुंदा है। वो लाडां नाल लाउंदी है ना जी, कदी मेरा लड्डू पुत, कदी मेरा राजा पुत, कदी मेरा कोई, कदी कोई कह करके पुत ओदा इक्को ही हुंदा है जी। ते धन गुरु गुरु गोबिंद सिंह साहब महाराज सतगुरु जी ने लगभग जाप साहिब दे विच 1100 नाम निरंकार दे रब दे कहे ने। ते इन्ने नाम कह करके फिर बचन किया अनेक हैं फिर एक है, बस है वो इको ही। जिहड़ा मर्जी ओदा नाम लो, उन्होंने राम कहो, उन्होंने गोबिंद कहो, उन्होंने हरि कहो, उन्होंने वाहिगुरु कहो, उन्होंने अल्लाह कहो, उन्होंने रहीम कहो, वो केवल ते केवल एक है, वो दो नहीं। साहिब मेरा एको है भाई एको है, साहिब मेरा एको है भाई, वो दो नहीं, वो केवल एको ही है। ये केवल पढ़ना नहीं, केवल सुनना नहीं, ये केवल जीवन में दृढ़ करना भी इको ही है। यही मिशन सी महाराज होना दा जी। ते बेनती करा समाप्ति वल वधा। धन गुरु गुरु अर्जन साहब महाराज जी बचन करते ने, बिन सिमरन जो जीवन बलना, सर्प जैसे अरजारी, नाम खंडन को राज कमावै, अंत चले गो हारी। कहते भावें 9 खंडां वाली धरती का राज भाग भी क्यों ना कमाउंदा होवे, जे जीवन विच नाम नहीं ते मनुखा जीवन की बाजी हार के जाना पैंदा। बस 2 पंक्तियां खीरलियां कह के समाप्ति करा। सरोपा पै गया गल विच, ज्ञानी जी ने देता जी असीस, मालक कृपा करे, इशारा हुंदा है। ज्ञानी जी बस करिए, अगले जथे की वारी दईए, ठीक है जी। मालक कृपा करे, रहमत करे। प्यारिओ, मालक दीआं वडियाइयां कदी मुकदियां नहीं, समा साडा मुक जांदा है। असीं करदे करदे मुक जावांगे, पर मालक दा अंत नहीं आ। अंत ना सिफती कहण ना अंत, अंत ना करना देण ना अंत, अंत ना वेखण सुनन ना अंत, अंत ना जापै क्या मन मंत, अंत ना जापै कीता आकार, अंत ना जापै पारावार, अंत कारण केते बिललाहे, ताके अंत ना पाए जाहे, एहो अंत ना जाने कोई, बहुता कहीए जिन्ना उन्होंने कही जाने उन्ना वड्डा वड्डा खोई जांदा है, होर वड्डा नजर आउंदा। सुन वड्डा आखे सब कोए, केवट वड्डा डीठा होए, कीमत पाए ना कहया जाए, कहने वाले तेरे रहे समाए। धन गुरु गुरु अर्जन साहब महाराज जी बचन करते हैं, गुण निधान गुण तिन ही गाए, जाको कृपा धारी। गुणा दे खजाने मालिक प्रभु परमात्मा दे गुण उसे ने गाए ने, जिते मालिक प्रभु परमात्मा ने कृपा कीती आ, सो सुखिया धन उस जन्मा, नानक तिस बलहारी। धन गुरु गुरु अर्जन साहब महाराज जी कहते ने, वो सुखी जीवन वाला है जिहदे कोल नाम है, वो सुखी जीवन वाला है जिहदे कोल मालिक दी ओट है। कहते नानक उतों बलहार जांदा है, कुर्बान जांदा है। मालिक कृपा करे, ऐसे प्यारियां तो बलहार सदके कुर्बान जाइए। आप मुक्त करे संसार, नानक तिस जन को सदा नमस्कार। जिथे महाराज जी के जन्म दिहाड़े दियां आप संगतां नूं लाख 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 वधाइयां होण जी। इत्थों के सत्कारयोग प्रबंधक साहबान प्रधान साहब खुशवंत सिंह जी, उन्हां दा बहुत बहुत तह दिल तो धन्नवादी हाँ। सत्कारयोग दिल्ली तो आई हुई संगत, भाई प्रेमपाल सिंह जी, भाई जगतार सिंह जी, बेअंत होर वीर संगतां आईयां ने, बड़ा प्यार दिंदे ने, उन्हां दा धन्नवाद करदा है। सत्कारयोग बाबा जोगिंदर सिंह जी गोबिंद सदन, बाबा जोगिंदर सिंह जी गुरदासपुर, सो वो संगत विच अज नहीं पहुँच सके, उन्हां दी हाज़री प्रवान करियो, नाल अरदास करियो, मालिक उन्हां नूं देह रोगता दी दात बख्शिश करे। क्योंकि जिथे प्यारिओ असीं संगत लई अपने प्यारिਆਂ ਲਈ अरदास करते हैं, तो उत्थे कुछ ना कुछ अपने शरीरां ते भी कई बारी झलना पै जाता है। मालिक कृपा करे, रहमत करे जी। सतगुरु भंडारा है, तो गुरु मालिक कृपा करे अपने प्यारिਆਂ नूं बाबा जोगिंदर सिंह जी खालसा गुरदासपुर वाले, उन्हां दी देह रोगता बख्शिश करे। आई हुई सारी संगत, उन्हां नूं भी जीवां आखिया जांदा है, धन्नवाद कीता जांदा है। इत्थों दे कार सेवा वाले महापुरख, उन्हां दा धन्नवाद है। गुरु मालिक कृपा करे। चंडीगढ़ तो, गढ़ तो, गोबिंद सदन तो बहुत सारिया संगतां आईयां ने जी, सब दा धन्नवाद, सब नूं जीवां। महाराज होणां दे प्रकाश दिहाड़े दियां, जन्म दिहाड़े दियां लख लख वधाइयां। सत्कारयोग सकत्तर साहिबान जी, हैड ग्रंथी गुरुद्वारा सीसगंज साहिब,
ਗਿਆਨੀ ਸੂਬਾ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਦੇ ਕਰਕੇ ਸੋ ਧੰਨਵਾਦੀ ਸੋ ਇਹ ਸਮਾਂ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਾਨੂੰ ਸੰਗਤਾਂ ਦੇ ਦਰਸ਼ਨ ਕਰਾਏ ਨੇ, ਉਹਨਾਂ ਦਾ ਵੀ ਧੰਨਵਾਦ ਕਰਦਾ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।